नमस्कार प्यारे विद्यार्थियों, मैं हाँ संजीव शर्मा, साइंस मास्टर सरकारी मिडल स्कूल फंगतोली, जिला पठानकोट तो। अज का जो लैक्चर है साडा वो 7वीं जमात के तेजाब, खार अते लूण इस पाठ के नाल संबंधित है। अज के लैक्चर दे विच असीं कुछ एक नवे सूचकों के बारे सीखांगे, कुछ एक असीं उदासीनीकरण किरिया के बारे भी सीखांगे, फिर थोड़े जे तेजाब, खार अते लूण के संबंध दे विच कुछ होर जो टॉपिक हैं, महत्वपूर्ण विषय हैं, उन्हां दे उत्ते भी गलबात करांगे। प्यारे विद्यार्थियों, हुण सब तो पहला असीं ये देखांगे कि इस पाठ के मुख उद्देश किहड़े-किहड़े हन। इस पाठ नूं पढ़न तो बाद सानूं तेजाबां अते खारां संबंधी मुढ़ली जानकारी होएगी। असीं पिछले एक लैक्चर दे विच कुछ सूचकों बारे पढ़िया सी। वो सूचक किहड़े-किहड़े सन? बिल्कुल ठीक, वो सूचक सन हल्दी अते लिटमस पेपर। हुण असीं इस लैक्चर दे विच एक होर सूचक दे बारे पढ़ांगे और वो सूचक है चाइना रोज़ दे फुल। विद्यार्थियों, उसे तरह असीं इस पाठ दे विच पढ़ांगे उदासीनीकरण किरिया, जिस नूं असीं कहंदे हां न्यूट्रलाइजेशन रिएक्शन। फिर विद्यार्थियों, असीं रोजाना जीवन दे विच उदासीनीकरण किरिया दीआं उदाहरणां दे बारे भी पढ़ांगे। मैनूं आस है कि जदों तक असीं इस पाठ के अंत तक पहुंचांगे तां असीं इन्हां सारे ही टॉपिक्स नूं चंगी तरह समझ लवांगे अते इन्हां दे संबंध विच जो भी उत्तर होणगे उन्हां दे ਜਾਂ प्रश्न होणगे उन्हां दे उत्तर देण दे असीं काबल हो जावांगे। एक बारी विद्यार्थियों दोहरा लईए कि असीं हुण तक पिछले लैक्चरां दे विच की सिੱਖਿਆ है। इस नूं असीं पूर्व ज्ञान ਪ੍ਰੀਖਿਆ भी कहंदे हां। सो इस दे विच पहला प्रश्न है कि तेजाब स्वाद विच किहो ਜਿਹੇ ਹੁੰਦੇ ਹਨ। तेजाब स्वाद दे विच किहो ਜਿਹੇ ਹੁੰਦੇ ਹਨ। ਤੁਸੀਂ ਇਹਨਾਂ ਦੇ ਉੱਤਰ ਆਪਣੀ ਕਾਪੀ ਦੇ ਵਿੱਚ ਲਿਖਦੇ ਜਾਣਾ ਹੈ ਅਤੇ ਆਪਣੇ ਅਧਿਆਪਕ ਸਹਿਬਾਨ ਕੋਲੋਂ ਵੀ ਚੈੱਕ ਜ਼ਰੂਰ ਕਰਾਣੇ ਹਨ। ਦੂਜਾ ਪ੍ਰਸ਼ਨ ਹੈ ਕਿ ਖਾਰ स्वाद ਵਿੱਚ ਕਿਹੋ ਜਿਹੇ ਹੁੰਦੇ ਹਨ। ਖਾਰ स्वाद ਦੇ ਵਿੱਚ ਕਿਹੋ ਜਿਹੇ ਹੁੰਦੇ ਹਨ। ਤੇਜ਼ਾਬ ਨੀਲੇ ਲਿਟਮਸ ਨੂੰ ਕੀ ਕਰਦੇ ਹਨ। ਖਾਰ ਨੀਲੇ ਲਿਟਮਸ ਨੂੰ ਕੀ ਕਰਦੇ ਹਨ। ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਨਿੰਬੂ ਵਿੱਚ ਕਿਹੜਾ ਤੇਜ਼ਾਬ ਹੁੰਦਾ ਹੈ। ਨਿੰਬੂ ਵਿੱਚ ਕਿਹੜਾ ਤੇਜ਼ਾਬ ਹੁੰਦਾ ਹੈ। ਫਿਰ ਅਗਲਾ ਪ੍ਰਸ਼ਨ ਹੈ ਤੇਜ਼ਾਬ ਹਲਦੀ ਦੇ ਪੇਪਰ ਨਾਲ ਕੀ ਕਿਰਿਆ ਕਰਦੇ ਹਨ। ਤੇਜ਼ਾਬ ਹਲਦੀ ਦੇ ਪੇਪਰ ਨਾਲ ਕੀ ਕਿਰਿਆ ਕਰਦੇ ਹਨ। ਫਿਰ ਅਗਲਾ ਪ੍ਰਸ਼ਨ ਖਾਰ ਹਲਦੀ ਦੇ ਪੇਪਰ ਨਾਲ ਕੀ ਕਿਰਿਆ ਕਰਦੇ ਹਨ। ਖਾਰ ਹਲਦੀ ਦੇ ਪੇਪਰ ਨਾਲ ਕੀ ਕਿਰਿਆ ਕਰਦੇ ਹਨ। ਕੀੜੀ ਦੇ ਡੰਗ ਵਿੱਚ ਕਿਹੜਾ ਤੇਜ਼ਾਬ ਹੁੰਦਾ ਹੈ। ਕੀੜੀ ਦੇ ਡੰਗ ਵਿੱਚ ਕਿਹੜਾ ਤੇਜ਼ਾਬ ਹੁੰਦਾ ਹੈ। ਪਿਆਰੇ ਵਿਦਿਆਰਥੀਓ, ਪੂਰਵ ਗਿਆਨ ਪ੍ਰੀਖਿਆ ਦੇ ਇਹ ਪ੍ਰਸ਼ਨ ਸਾਨੂੰ ਅੱਜ ਦੇ ਇਸ ਲੈਕਚਰ ਨੂੰ ਅੱਗੇ ਵਧਾਉਣ ਦੇ ਵਿੱਚ ਸਹਾਈ ਹੋਣਗੇ। ਮੈਂ ਛੋਟਾ ਹੁੰਦਾ ਸੀ ਨਾ ਜੀ, ਤਾਂ ਮੈਨੂੰ ਆਮ ਤੌਰ ਤੇ ਹੀ ਭੁੱਲ ਜਾਣਾ ਕਿ ਤੇਜ਼ਾਬ ਲਿਟਮਸ ਪੇਪਰ ਨਾਲ ਕੀ ਕਰਦੇ ਹਨ। ਤੁਹਾਨੂੰ ਵੀ ਵਿਦਿਆਰਥੀਓ ਭੁੱਲ ਜਾਂਦਾ ਹੋਏਗਾ ਕਈ ਵਾਰ, ਤੇ ਪ੍ਰੀਖਿਆ ਦੇ ਵਿੱਚ ਪ੍ਰਸ਼ਨ ਵੀ ਆ ਜਾਂਦਾ ਹੈ ਕਿ ਤੇਜ਼ਾਬ ਲਿਟਮਸਾਂ ਨਾਲ ਕੀ ਕਰਦੇ ਹਨ। ਮੈਨੂੰ ਆਮ ਤੌਰ ਤੇ ਹੀ ਭੁੱਲ ਜਾਣਾ। ਫਿਰ ਮੇਰੇ ਅਧਿਆਪਕ ਸਾਹਿਬਾਨ ਨੇ ਮੈਨੂੰ ਯਾਦ ਰੱਖਣ ਵਾਸਤੇ ਇੱਕ ਫਾਰਮੂਲਾ ਸਮਝਾਇਆ ਜਾਂ ਤਰੀਕਾ ਸਮਝ ਲਓ। ਅੱਜ ਮੈਂ ਉਹੀ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ। ਇਸ ਤਰੀਕੇ ਨਾਲ ਅਸੀਂ ਬੜੀ ਆਸਾਨੀ ਨਾਲ ਯਾਦ ਰੱਖ ਸਕਦੇ ਹਾਂ ਕਿ ਤੇਜ਼ਾਬ ਲਿਟਮਸਾਂ ਨਾਲ ਕੀ ਕਰਦੇ ਹਨ। ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ, ਤਾਂ ਤੇਜ਼ਾਬ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਕੀ ਕਹਿੰਦੇ ਹਾਂ, ਐਸਿਡ, ਅਤੇ ਬੇਸ ਨੂੰ ਅਸੀਂ ਕੀ ਕਹਿੰਦੇ ਹਾਂ, ਖਾਰ, ਜਾਂ ਇਦਾਂ ਕਹਿ ਲਈਏ ਕਿ ਖਾਰ ਨੂੰ ਅੰਗਰੇਜ਼ੀ ਦੇ ਵਿੱਚ ਅਸੀਂ ਕੀ ਕਹਿ ਦਿੰਦੇ ਹਾਂ, ਬੇਸ। ਹੁਣ ਐਸਿਡ ਵਿਦਿਆਰਥੀਓ ਏ ਨਾਲ ਸ਼ੁਰੂ ਹੁੰਦਾ ਹੈ ਅਤੇ ਬੇਸ ਕਿਹਦੇ ਨਾਲ ਸ਼ੁਰੂ ਹੁੰਦਾ ਹੈ, ਬੀ ਦੇ ਨਾਲ। ਤੇ ਜੇ ਅਲਫਾਬੈਟਿਕਲੀ ਦੇਖੀਏ ਤਾਂ ਏ ਪਹਿਲੇ ਆਉਂਦਾ ਹੈ ਤੇ ਬੀ ਬਾਅਦ ਦੇ ਵਿੱਚ ਆਉਂਦਾ ਹੈ ABCD ਦੇ ਵਿੱਚ। ਹੁਣ ਇਸ ਦਾ ਮਤਲਬ ਇਹ ਹੋਇਆ ਕਿ ਐਸਿਡ ਬੇਸ ਤੋਂ ਪਹਿਲਾਂ ਆਏਗਾ। ਜੇ ਅਸੀਂ ਲਿਖਣਾ ਹੋਵੇ ਤਾਂ ਐਸਿਡ ਸ਼ਬਦ ਪਹਿਲੇ ਲਿਖਿਆ ਜਾਏਗਾ ਕਿਉਂਕਿ ਏ ਨਾਲ ਸ਼ੁਰੂ ਹੁੰਦਾ ਹੈ, ਅਤੇ ਬੇਸ ਸ਼ਬਦ ਬਾਅਦ ਦੇ ਵਿੱਚ ਲਿਖਿਆ ਜਾਏਗਾ ਕਿਉਂਕਿ ਉਹ ਬੀ ਨਾਲ ਸ਼ੁਰੂ ਹੁੰਦਾ ਹੈ। ਹੁਣ ਸਾਡੇ ਕੋਲ ਲਿਟਮਸ ਪੇਪਰ ਕਿਹੜੇ-ਕਿਹੜੇ ਹਨ?
ਦੋ ਤਰ੍ਹਾਂ ਦੇ, ਨੀਲੇ ਅਤੇ ਲਾਲ, ਜਾਂ ਇਦਾਂ ਕਹੀਏ ਬਲੂ ਜਾਂ ਰੈੱਡ। ਤਾਂ ਰੰਗਾਂ ਦੇ ਵਿੱਚ ਵੀ ਕੀ ਹੈ, ਬੀ ਪਹਿਲੇ ਆਏਗਾ ਅਲਫਾਬੈਟਿਕਲੀ, ਔਰ ਰੈੱਡ ਦੇ ਵਿੱਚ ਆਰ ਪਹਿਲੇ ਆਏਗਾ ਅਲਫਾਬੈਟਿਕਲੀ। ਤਾਂ ਅਸੀਂ ਬੜਾ ਸਿੰਪਲ ਜਿਹਾ ਕਵਾਂਗੇ ਕਿ ਪਹਿਲੇ ਦਾ ਸੰਬੰਧ ਪਹਿਲੇ ਨਾਲ ਹੈ ਅਤੇ ਦੂਜੇ ਦਾ ਸੰਬੰਧ ਦੂਜੇ ਨਾਲ ਹੈ। ਭਾਵ ਐਸਿਡ ਪਹਿਲੇ ਆ ਰਿਹਾ ਹੈ ਤਾਂ ਉਸ ਦਾ ਸੰਬੰਧ ਕਿਸ ਨਾਲ ਹੋਏਗਾ, ਬਲੂ ਕਲਰ ਦੇ ਨਾਲ, ਔਰ ਬੇਸ ਬਾਅਦ ਦੇ ਵਿੱਚ ਆ ਰਿਹਾ ਹੈ ਤਾਂ ਉਸ ਦਾ ਸੰਬੰਧ ਕਿਸ ਨਾਲ ਹੋਏਗਾ, ਰੈੱਡ ਦੇ ਨਾਲ। ਹੁਣ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਐਸਿਡ ਬਲੂ ਕਲਰ ਦੇ ਲਿਟਮਸ ਪੇਪਰ ਨੂੰ ਕੀ ਕਰਦੇ ਹਨ, ਰੈੱਡ ਕਰ ਦਿੰਦੇ ਹਨ। ਅਸੀਂ ਇਦਾਂ ਵੀ ਯਾਦ ਰੱਖ ਸਕਦੇ ਹਾਂ ABR। ਉਸੇ ਤਰ੍ਹਾਂ ਬੇਸ ਦਾ ਸੰਬੰਧ, ਕਿਉਂਕਿ B ਬਾਅਦ ਚ ਆ ਰਿਹਾ ਸੀਗਾ ਤੇ R ਵੀ ਬਾਅਦ ਚ ਆ ਰਿਹਾ ਸੀਗਾ, ਤੇ ਬੇਸ ਦਾ ਸੰਬੰਧ ਕੀ ਹੋ ਗਿਆ, ਰੈੱਡ ਲਿਟਮਸ ਪੇਪਰ ਦੇ ਨਾਲ। ਸੋ ਬੇਸ ਰੈੱਡ ਲਿਟਮਸ ਪੇਪਰ ਨੂੰ ਕੀ ਕਰ ਦੂਗਾ, ਬਲੂ ਕਲਰ ਦਾ ਕਰ ਦੇਗਾ। ਇਹਨੂੰ ਅਸੀਂ ਕਿਸ ਤਰ੍ਹਾਂ ਯਾਦ ਰੱਖ ਸਕਦੇ ਹਾਂ, BRP। ਮੈਨੂੰ ਆਸ ਹੈ ਕਿ ਤੁਹਾਨੂੰ ਇਹ ਤਰੀਕਾ ਬੇहद ਆਸਾਨ ਲੱਗੇਗਾ ਅਤੇ ਤੁਸੀਂ ਪ੍ਰੀਖਿਆ ਦੇ ਵਿੱਚ ਵੀ ਇਸ ਸੰਬੰਧ ਦੇ ਵਿੱਚ ਉੱਤਰ ਲਿਖਣ ਦੇ ਕਾਬਲ ਹੋ ਜਾਓਗੇ ਅਤੇ ਕਦੀ ਵੀ ਇਹ ਪ੍ਰਸ਼ਨ ਤੁਹਾਡਾ ਜਾਂ ਇਸ ਪ੍ਰਸ਼ਨ ਦਾ ਉੱਤਰ ਗਲਤ ਨਹੀਂ ਹੋਵੇਗਾ। ਵਿਦਿਆਰਥੀਓ, ਚਲੋ ਅਸੀਂ ਹੁਣ ਚਾਈਨਾ ਰੋਜ਼ ਦੇ ਫੁੱਲ ਦੇ ਬਾਰੇ ਗੱਲ ਕਰੀਏ। ਤੁਹਾਨੂੰ ਸਾਹਮਣੇ ਜੋ ਸਕਰੀਨ ਦੇ ਉੱਤੇ ਇਹ ਫੁੱਲ ਦਿਖਾਈ ਦੇ ਰਿਹਾ ਹੈ, ਇਹ ਚਾਈਨਾ ਰੋਜ਼ ਦਾ ਹੈ। ਇਸ ਨੂੰ ਤੁਸੀਂ ਆਪਣੇ ਸਕੂਲ ਦੇ ਗਰਾਊਂਡ ਦੇ ਵਿੱਚ ਕਿਆਰੀਆਂ 'ਚ ਦੇਖਿਆ ਹੋਵੇਗਾ ਬਹੁਤ, ਫਿਰ ਆਪਣੇ ਘਰਾਂ ਦੇ ਵਿੱਚ ਵੀ ਲੱਗਿਆ ਹੁੰਦਾ ਹੈ। ਇਹ ਆਮ ਤੌਰ ਤੇ ਜਗ੍ਹਾ ਜਗ੍ਹਾ ਉਪਲਬਧ ਹੁੰਦਾ ਹੈ। ਇਸ ਨੂੰ ਧਿਆਨ ਨਾਲ ਦੇਖ ਲਓ ਤਾਂ ਕਿ ਤੁਹਾਨੂੰ ਇਸ ਦੀ ਪਹਿਚਾਣ ਹੋ ਜਾਏ। ਇਸ ਨੂੰ ਹੀ ਅਸੀਂ ਸੂਚਕ ਦੇ ਤੌਰ ਤੇ ਵਰਤਣਾ ਹੈ, ਪਰ ਕਿਸ ਤਰ੍ਹਾਂ ਵਰਤਣਾ ਹੈ ਉਸ ਦੀ ਵਿਧੀ ਮੈਂ ਤੁਹਾਨੂੰ ਦੱਸਾਂਗਾ। ਫਿਰ ਤੁਸੀਂ ਉਸ ਵਿਧੀ ਨੂੰ ਧਿਆਨ ਨਾਲ ਨੋਟ ਕਰ ਲੈਣਾ ਹੈ। ਬੇहद ਆਸਾਨ ਵਿਧੀ ਹੈ। ਫਿਰ ਅਸੀਂ ਕੀ ਕਰਾਂਗੇ, ਇਸ ਦਾ ਸੂਚਕ ਤਿਆਰ ਕਰਨਾ ਹੈ ਔਰ ਫਿਰ ਤੁਸੀਂ ਆਪਣੇ ਘਰ ਦੇ ਵਿੱਚ ਇਸ ਨੂੰ ਸੂਚਕ ਦੇ ਤੌਰ ਤੇ ਵਰਤ ਕੇ ਦੇਖਣਾ ਹੈ। ਸੋ ਬਹੁਤ ਹੀ ਆਸਾਨ ਵਿਧੀ ਹੈ ਇਸ ਦੀ। ਅਸੀਂ ਕਰਨਾ ਕੀ ਹੈ ਇਸ ਦੇ ਵਿੱਚ ਕਿ ਚਾਈਨਾ ਰੋਜ਼ ਦੇ ਫੁੱਲ ਦੀਆਂ ਕੁਝ ਪੰਖੜੀਆਂ ਲੈ ਲੈਣੀਆਂ, ਫੁੱਲ ਨੂੰ ਤੋੜ ਲੈਣਾ ਹੈ, ਉਹਦੀਆਂ ਪੰਖੜੀਆਂ ਲੈ ਲੈਣੀਆਂ, ਫਿਰ ਉਹਨਾਂ ਨੂੰ ਕਿਸੇ ਬੀਕਰ ਦੇ ਵਿੱਚ ਰੱਖ ਦੇਣਾ। ਹੁਣ ਜ਼ਾਹਿਰ ਹੈ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੇ ਕੋਲ ਬੀਕਰ ਨਹੀਂ ਹੋਏਗਾ ਤਾਂ ਤੁਸੀਂ ਕੀ ਕਰਨਾ, ਫਿਰ ਕੱਚ ਦਾ ਗਲਾਸ ਲੈ ਲੈਣਾ। ਉਸ ਕੱਚ ਦੇ ਗਲਾਸ ਦੇ ਵਿੱਚ ਇਹ ਪੰਖੜੀਆਂ ਰੱਖ ਦੇਣੀਆਂ। ਹੁਣ ਕੀ ਕਰਨਾ ਹੈ, ਥੋੜਾ ਜਿਹਾ ਪਾਣੀ ਗਰਮ ਕਰਨਾ ਹੈ ਅਤੇ ਉਸ ਗਰਮ ਪਾਣੀ ਨੂੰ ਇਹਨਾਂ ਪੰਖੜੀਆਂ ਦੇ ਵਿੱਚ ਜਾਂ ਉਸ ਗਲਾਸ ਦੇ ਵਿੱਚ ਪਾ ਦੇਣਾ ਹੈ ਜਿਸ ਦੇ ਵਿੱਚ ਇਹ ਪੰਖੜੀਆਂ ਰੱਖੀਆਂ ਹੋਈਆਂ ਹਨ। ਠੀਕ ਹੈ, ਸਮਝ ਗਏ ਤੁਸੀਂ। ਹੁਣ ਇਸ ਮਿਸ਼ਰਣ ਨੂੰ, ਪੰਖੜੀਆਂ ਅਤੇ ਗਰਮ ਪਾਣੀ ਦੇ ਮਿਸ਼ਰਣ ਨੂੰ ਕੁਝ ਸਮੇਂ ਲਈ ਇਸੇ ਤਰ੍ਹਾਂ ਰੱਖਿਆ ਰਹਿਣ ਦੇਣਾ। ਥੋੜਾ ਦੇਰ ਇੰਤਜ਼ਾਰ ਕਰਨਾ ਹੈ। ਫਿਰ ਤੁਸੀਂ ਦੇਖੋਗੇ ਕਿ ਜਿਹੜਾ ਪਾਣੀ ਹੈ ਉਹ ਰੰਗੀਨ ਹੋਣਾ ਸ਼ੁਰੂ ਹੋ ਗਿਆ ਹੈ। ਪਾਣੀ ਕੀ ਹੋ ਜਾਏਗਾ, ਰੰਗੀਨ ਹੋਣਾ ਸ਼ੁਰੂ ਹੋ ਜਾਏਗਾ। ਕਿਉਂ? ਕਿਉਂਕਿ ਫੁੱਲ ਜਿਹੜੇ ਹਨ ਉਹ ਆਪਣਾ ਰੰਗ ਛੱਡ ਦਿੰਦੇ ਹਨ। ਤੇ ਬਸ ਸਾਡਾ ਸੂਚਕ ਤਿਆਰ ਹੈ। ਇਸੇ ਰੰਗੀਨ ਪਾਣੀ ਦੀ ਵਰਤੋਂ ਸੂਚਕ ਦੇ ਤੌਰ ਤੇ ਕੀਤੀ ਜਾ ਸਕਦੀ ਹੈ। ਤੁਸੀਂ ਦੇਖਿਆ ਕਿ ਇਹ ਬੇहद ਆਸਾਨ ਹੈ ਇਸ ਨੂੰ ਤਿਆਰ ਕਰਨਾ। ਕੀ ਕਰਨਾ ਹੈ, ਚਾਈਨਾ ਰੋਜ਼ ਦੀਆਂ ਫੁੱਲ ਦੀਆਂ ਪੰਖੜੀਆਂ ਲੈਣੀਆਂ ਹੈ, ਉਹਨੂੰ ਬੀਕਰ ਦੇ ਵਿੱਚ ਜਾਂ ਗਲਾਸ 'ਚ ਰੱਖ ਲੈਣਾ ਹੈ। ਫਿਰ ਕੀ ਕਰਨਾ ਹੈ, ਗਰਮ ਪਾਣੀ ਰੱਖਣਾ ਉਹਦੇ ਵਿੱਚ, ਫਿਰ ਥੋੜਾ ਜਿਹਾ ਇੰਤਜ਼ਾਰ ਕਰਨਾ ਹੈ। ਉਹ ਜਿਹੜਾ ਫੁੱਲ ਹੈ ਆਪਣਾ ਰੰਗ ਛੱਡ ਦੇਗਾ ਤੇ ਪਾਣੀ ਦਾ ਰੰਗ ਰੰਗੀਨ ਹੋ ਜਾਏਗਾ। ਫਿਰ ਉਸ ਰੰਗੀਨ ਪਾਣੀ ਨੂੰ ਅਸੀਂ ਕੀ ਕਰਾਂਗੇ, ਸੂਚਕ ਦੇ ਤੌਰ ਤੇ ਵਰਤ ਲਾਂਗੇ। ਸੋ ਵਿਦਿਆਰਥੀਓ, ਤੁਸੀਂ ਤਰੀਕਾ ਜਾਣ ਲਿਆ ਹੈ। ਤੁਹਾਡਾ ਹੋਮਵਰਕ ਹੀ ਇਹ ਹੈ ਕਿ ਤੁਸੀਂ ਅੱਜ ਇਸ ਨੂੰ ਆਪਣੇ ਘਰ ਦੇ ਵਿੱਚ ਦੁਹਰਾਉਣਾ ਹੈ। ਪਾਣੀ ਤਿਆਰ ਘਰ ਦੇ ਵਿੱਚ ਹੀ ਕਰਨਾ ਹੈ। ਬੱਚਿਓ, ਹੁਣ ਤੁਸੀਂ ਚਾਈਨਾ ਰੋਜ਼ ਦਾ ਪਾਣੀ ਤਿਆਰ ਕਰ ਲਿਆ, ਰੰਗੀਨ ਜਿਹਾ ਪਾਣੀ ਜਿਸ ਨੂੰ ਅਸੀਂ ਸੂਚਕ ਦੇ ਤੌਰ ਤੇ ਵਰਤਣਾ ਹੈ। ਤੇ ਤੁਹਾਨੂੰ ਯਾਦ ਹੈ ਹੋਰ ਸੂਚਕ ਕਿਹੜੇ ਵਰਤੇ ਸੀ ਅਸੀਂ, ਹਲਦੀ ਅਤੇ ਲਿਟਮਸ ਪੇਪਰ। ਮੈਂ ਬਾਰ-ਬਾਰ ਕਿਉਂ ਦੁਹਰਾ ਰਿਹਾ ਹਾਂ, ਤੁਸੀਂ ਸੋਚ ਰਹੇ ਹੋਵੋਗੇ ਕਿ ਮਾਸਟਰ ਜੀ ਤਾਂ ਬਾਰ-ਬਾਰ ਹੀ ਦੁਹਰਾਈ ਜਾ ਰਹੇ ਨੇ। ਇਸ ਕਰਕੇ ਦੁਹਰਾ ਰਿਹਾ ਹਾਂ ਮੈਂ ਤਾਂ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਯਾਦ ਰਹਿਣ ਸੂਚਕਾਂ ਦੇ ਨਾਮ। ਸੋ ਤੁਸੀਂ ਰੰਗੀਨ ਪਾਣੀ ਤਿਆਰ ਕਰ ਲਿਆ ਹੈ। ਕਿਹਦਾ ਕੀਤਾ ਹੈ, ਚਾਈਨਾ ਰੋਜ਼ ਦੇ ਫੁੱਲਾਂ ਦਾ। ਹੁਣ ਤਾਂ ਸਾਹਮਣੇ ਤੁਹਾਨੂੰ ਇੱਕ ਸਾਰਣੀ ਦਿਖਾਈ ਦੇ ਰਹੀ ਹੈ। ਉਹ ਸਾਰਣੀ ਦੇ ਵਿੱਚ 3 ਖਾਨੇ ਬਣੇ ਹਨ। ਪਹਿਲਾ ਖਾਨਾ ਹੈ ਪ੍ਰੀਖਣ ਘੋਲ ਦਾ, ਫਿਰ ਦੂਸਰਾ ਖਾਨਾ ਹੈ ਆਰੰਭਿਕ ਘੋਲ ਜਾਂ ਆਰੰਭਿਕ ਰੰਗ ਜਿਹੜਾ ਘੋਲ ਦਾ ਹੋਏਗਾ, ਤੇ ਫਿਰ ਆਖਰੀ ਖਾਨਾ ਹੈ ਅੰਤਿਮ ਰੰਗ ਉਸ ਘੋਲ ਦਾ ਕਿਹੋ ਜਿਹਾ ਹੋ ਜਾਏਗਾ। ਤੁਸੀਂ ਕਰਨਾ ਕੀ ਹੈ, ਤੁਹਾਡੇ ਕੋਲ ਜਿੰਨੇ ਵੀ ਇਹ ਪਦਾਰਥ ਸਾਹਮਣੇ ਲਿਖੇ ਹੋਣਗੇ ਜਾਂ ਘੋਲ ਲਿਖੇ ਹਨ, ਇਹ ਤੁਹਾਨੂੰ ਸਾਰੇ ਹੀ ਘਰ ਦੇ ਵਿੱਚ ਬੜੇ ਆਰਾਮ ਨਾਲ ਮਿਲ ਜਾਣਗੇ।
ਸਭ ਤੋਂ ਪਹਿਲੇ ਕੀ ਹੈ, ਸ਼ੈਂਪੂ। ਸ਼ੈਂਪੂ ਨੂੰ ਤੁਸੀਂ ਕੱਚ ਦੇ ਗਲਾਸ ਦੇ ਵਿੱਚ ਥੋੜਾ ਜਿਹਾ ਲੈਣਾ ਹੈ ਅਤੇ ਉਸ ਦੇ ਵਿੱਚ ਸੂਚਕ ਪਾਣਾ ਹੈ। 2-3 ਬੂੰਦਾਂ ਪਾ ਦੇਣੀ ਹੈ। ਹਰੇਕ ਘੋਲ ਦੇ ਨਾਲ ਇਸੇ ਤਰ੍ਹਾਂ ਹੀ ਕਰਨਾ ਹੈ ਤੁਸੀਂ। ਔਰ ਤੁਸੀਂ ਪਹਿਲੇ ਸ਼ੈਂਪੂ ਦਾ ਰੰਗ ਨੋਟ ਕਰਨਾ ਹੈ ਔਰ ਫਿਰ ਇਸ ਖਾਨੇ ਦੇ ਵਿੱਚ ਲਿਖ ਲੈਣਾ ਹੈ, ਟੇਬਲ ਬਣਾ ਲੈਣਾ ਆਪਣੀ ਕਾਪੀ ਦੇ ਵਿੱਚ। ਫਿਰ ਤੁਸੀਂ ਜਦੋਂ ਸੂਚਕ ਪਾ ਦੋਗੇ ਉਹਦੇ ਵਿੱਚ, ਤਾਂ ਫਿਰ ਜੋ ਰੰਗ ਬਦਲੇਗਾ ਉਹ ਵੀ ਤੁਸੀਂ ਲਾਸਟ ਖਾਨੇ ਦੇ ਵਿੱਚ ਲਿਖਣਾ ਹੈ। ਉਸੇ ਤਰ੍ਹਾਂ ਤੁਹਾਨੂੰ ਘਰ ਦੇ ਵਿੱਚ ਨਿੰਬੂ ਦਾ ਰਸ ਵੀ ਬੜੀ ਆਸਾਨੀ ਨਾਲ ਮਿਲ ਜਾਏਗਾ। ਉਸ ਦੀਆਂ ਵੀ ਕੁਛ ਇੱਕ ਬੂੰਦਾਂ ਲੈਣੀਆਂ ਹੈ, ਥੋੜਾ ਜਿਹਾ ਪਾਣੀ ਵੀ ਪਾ ਸਕਦੇ ਹੋ ਉਸ ਦੇ ਵਿੱਚ। ਫਿਰ ਸੂਚਕ ਦੀਆਂ, ਜਿਹੜਾ ਰੰਗੀਨ ਪਾਣੀ ਹੈ ਸਾਡੇ ਕੋਲ, ਉਸ ਦੀਆਂ ਥੋੜੀਆਂ ਜਿਹੀਆਂ ਬੂੰਦਾਂ ਪਾਣੀਆਂ। ਫਿਰ ਅਸੀਂ ਨੋਟ ਕਰਨਾ ਹੈ ਕਿ ਨਿੰਬੂ ਦੇ ਪਾਣੀ ਦਾ ਪਹਿਲੇ ਰੰਗ ਕੀ ਸੀ ਤੇ ਅੰਤਿਮ ਰੰਗ ਕੀ ਸੀਗਾ। ਉਸੇ ਤਰ੍ਹਾਂ ਅਸੀਂ ਇਸ ਕਿਰਿਆ ਨੂੰ ਸੋਡਾ ਵਾਟਰ ਦੇ ਨਾਲ ਵੀ ਦੁਹਰਾਉਣਾ ਹੈ। ਅਸੀਂ ਇਸ ਕਿਰਿਆ ਨੂੰ ਸਿਰਕੇ ਦੇ ਨਾਲ ਵੀ ਦੁਹਰਾਉਣਾ ਹੈ। ਅਸੀਂ ਇਸ ਕਿਰਿਆ ਨੂੰ ਖੰਡ ਦੇ ਘੋਲ ਦੇ ਨਾਲ ਵੀ ਦੁਹਰਾਉਣਾ ਹੈ। ਖੰਡ ਦਾ ਘੋਲ ਕਿਵੇਂ ਤਿਆਰ ਕਰੋਗੇ? ਪਾਣੀ ਦੇ ਵਿੱਚ ਥੋੜੀ ਜਿਹੀ ਖੰਡ ਘੋਲ ਲੈਣੀ ਹੈ ਤੁਸੀਂ। ਉਸੇ ਤਰ੍ਹਾਂ ਅਸੀਂ ਨਮਕ ਦੇ ਘੋਲ ਦੇ ਨਾਲ ਵੀ ਇਹ ਦੁਹਰਾਣੀ ਹੈ ਕਿਰਿਆ। ਇਹ ਸਾਰੀਆਂ ਹੀ ਕਿਰਿਆਵਾਂ ਨੂੰ ਅਸੀਂ ਆਪਣੇ ਆਪ ਕਰਨਾ ਹੈ। ਅਧਿਆਪਕ ਤਾਂ ਸਾਨੂੰ ਕਲਾਸ ਦੇ ਵਿੱਚ ਕਰਵਾਉਂਦੇ ਹੀ ਹਨ, ਪਰ ਜਦੋਂ ਅਸੀਂ ਇਸ ਨੂੰ ਘਰ ਕਰਾਂਗੇ, ਆਪਣੇ ਆਪ ਦੁਹਰਾਵਾਂਗੇ, ਤਾਂ ਸਾਡੇ ਦੇ ਵਿੱਚ ਇੱਕ ਵਿਗਿਆਨਕ ਚੇਤਨਾ ਪੈਦਾ ਹੋਏਗੀ, ਜਿਸ ਨਾਲ ਸਾਨੂੰ ਇਹ ਸਾਰੀਆਂ ਹੀ ਗੱਲਾਂ ਨੂੰ ਜਾਂ ਸਾਰੇ ਹੀ ਪ੍ਰੀਖਣਾਂ ਨੂੰ ਚੰਗੀ ਤਰ੍ਹਾਂ ਯਾਦ ਰੱਖਣ ਦੇ ਵਿੱਚ ਮਦਦ ਮਿਲੇਗੀ। ਹੁਣ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ, ਉਹ ਹੈ ਤੇਜ਼ਾਬੀ ਵਰਖਾ। ਜਦੋਂ ਵਰਖਾ ਦੇ ਪਾਣੀ ਦੇ ਵਿੱਚ ਤੇਜ਼ਾਬ ਦੀ ਮਾਤਰਾ ਵਧੇਰੇ ਹੋ ਜਾਂਦੀ ਹੈ ਤਾਂ ਇਹ ਵਰਖਾ ਤੇਜ਼ਾਬੀ ਵਰਖਾ ਅਖਵਾਉਂਦੀ ਹੈ। ਸਾਡੇ ਵਾਤਾਵਰਣ ਦੇ ਵਿੱਚ ਪ੍ਰਦੂਸ਼ਕ ਮਿਲਦੇ ਰਹਿੰਦੇ ਹਨ, ਵਾਹਨਾਂ ਦੇ ਧੂਏ ਨਾਲ, ਫੈਕਟਰੀਆਂ ਦੇ ਧੂਏ ਨਾਲ, ਜਿਨ੍ਹਾਂ ਦੇ ਵਿੱਚੋਂ ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਵਰਗੀਆਂ ਗੈਸਾਂ ਹੁੰਦੀਆਂ ਹਨ। ਇਹ ਕੀ ਕਰਦੀਆਂ ਹਨ? ਵਰਖਾ ਦੇ ਜਲ ਦੇ ਵਿੱਚ ਮਿਲ ਜਾਂਦੀਆਂ ਹਨ ਅਤੇ ਤੇਜ਼ਾਬ ਬਣਾਉਂਦੀਆਂ ਹਨ। ਇਸ ਤਰ੍ਹਾਂ ਇਹ ਜਿਹੜੀ ਵਰਖਾ ਹੈ, ਇਹ ਫਿਰ ਕੀ ਹੁੰਦੀ ਹੈ? ਤੇਜ਼ਾਬੀ ਵਰਖਾ ਬਣ ਜਾਂਦੀ ਹੈ, ਜੋ ਕਿ ਇਮਾਰਤਾਂ ਵਗੈਰਾ ਨੂੰ ਨੁਕਸਾਨ ਪਹੁੰਚਾਉਂਦੀ ਹੈ। ਵਿਦਿਆਰਥੀਓ, ਤੁਸੀਂ ਸਿੱਖ ਲਿਆ ਕਿ ਤੇਜ਼ਾਬੀ ਵਰਖਾ ਕੀ ਹੁੰਦੀ ਹੈ। ਤੇ ਚਲੋ ਹੁਣ ਇੱਕ ਅਸੀਂ ਕਿਰਿਆ ਕਰਕੇ ਦੇਖਦੇ ਹਾਂ। ਇਹ ਤੁਹਾਡੀ ਪਾਠ ਪੁਸਤਕ ਦੇ ਵਿੱਚ ਤਾਂ ਨਹੀਂ ਹੈ, ਲੇਕਿਨ ਅਸੀਂ ਸਿੱਖਿਆ ਸੀ ਕਿ ਤੇਜ਼ਾਬੀ ਵਰਖਾ ਬਿਲਡਿੰਗਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਉਸ ਦੇ ਲਈ ਅਸੀਂ ਇਹ ਕਿਰਿਆ ਕਰਾਂਗੇ। ਇਹ ਮੇਰੇ ਕੋਲ ਇੱਕ ਚੌਕ ਦਾ ਟੁਕੜਾ ਹੈ ਅਤੇ ਨਾਲ ਹੀ ਕਟੋਰੀ ਦੇ ਵਿੱਚ ਥੋੜਾ ਜਿਹਾ ਐਸਿਡ ਹੈ, ਜਾਂ ਇਦਾਂ ਕਹੀਏ ਕਿ ਸਿਰਕਾ ਹੈ। ਸਿਰਕੇ ਦੇ ਵਿੱਚ ਕਿਹੜਾ ਹੁੰਦਾ ਹੈ? ਤੇਜ਼ਾਬ। ਯਾਦ ਕਰਕੇ ਰੱਖਣਾ ਹੈ ਤੁਸੀਂ, ਐਸੀਟਿਕ ਐਸਿਡ। ਇਸ ਦੀਆਂ 2-3 ਬੂੰਦਾਂ ਮੈਂ ਇਸ ਚੌਕ ਦੇ ਉੱਤੇ ਪਾਵਾਂਗਾ ਤਾਂ ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ। ਧਿਆਨ ਨਾਲ ਨੋਟ ਕਰਨਾ ਹੈ ਤੁਸੀਂ ਇਸ ਨੂੰ। ਤੁਸੀਂ ਦੇਖੋਗੇ ਕਿ ਚੌਕ ਜਿਹੜਾ ਹੈ ਉਹ ਇਸ ਸਿਰਕੇ ਦੇ ਨਾਲ ਰਸਾਇਣਿਕ ਕਿਰਿਆ ਕਰਨੀ ਸ਼ੁਰੂ ਕਰ ਦਿੰਦਾ ਹੈ ਅਤੇ ਇਹ ਹੌਲੀ-ਹੌਲੀ ਖੁਰਨਾ ਵੀ ਲੱਗਦਾ ਹੈ। ਇਹ ਇਸ ਤਰ੍ਹਾਂ ਦੀ ਕਿਰਿਆ ਕਿਉਂ ਕਰਦਾ ਹੈ? ਵਿਦਿਆਰਥੀਓ, ਜਿਹੜਾ ਚੌਕ ਹੈ ਉਹ ਕੈਲਸ਼ੀਅਮ ਕਾਰਬੋਨੇਟ ਦਾ ਬਣਿਆ ਹੁੰਦਾ ਹੈ। ਜਦੋਂ ਅਸੀਂ ਇਹਦੇ ਉੱਤੇ ਤੇਜ਼ਾਬ ਪਾਉਂਦੇ ਹਾਂ ਤਾਂ ਇਹ ਕੈਲਸ਼ੀਅਮ ਅਤੇ ਕਾਰਬਨ ਡਾਈਆਕਸਾਈਡ ਦੇ ਵਿੱਚ ਟੁੱਟ ਜਾਂਦਾ ਹੈ ਤੇ ਇਸ ਤਰ੍ਹਾਂ ਹੀ ਸਾਡੀਆਂ ਬਿਲਡਿੰਗਸ ਦਾ ਵੀ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਹੜੀ ਤੇਜ਼ਾਬੀ ਵਰਖਾ ਹੈ ਉਹ ਇਸ ਐਸਿਡ ਨਾਲੋਂ ਵੀ ਬਹੁਤ ਕਮਜ਼ੋਰ ਐਸਿਡ ਹੁੰਦੀ ਹੈ, ਪਰ ਬਿਲਡਿੰਗਾਂ ਦੇ ਉੱਤੇ ਉਹ ਲਗਾਤਾਰ ਪੈਂਦੀ ਰਹਿੰਦੀ ਹੈ। ਇਸ ਕਰਕੇ ਹੀ ਉਹ ਸਾਡੀ ਬਿਲਡਿੰਗਸ ਨੂੰ, ਵੱਡੇ ਵੱਡੇ ਭਵਨ ਜਿਹੜੇ ਹਨ ਜਿਵੇਂ ਤਾਜ ਮਹਿਲ ਵਗੈਰਾ, ਉਹਨਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਬਹੁਤ ਹੀ ਹਲਕੀ ਹੁੰਦੀ ਹੈ ਇਸ ਸਿਰਕੇ ਨਾਲੋਂ ਵੀ, ਪਰ ਨੁਕਸਾਨ ਕਿਉਂ ਪਹੁੰਚਾਉਂਦੀ ਹੈ? ਲਗਾਤਾਰ ਪੈਂਦੀ ਰਹਿੰਦੀ ਹੈ। ਤੇ ਚੌਕ ਦੇ ਉੱਤੇ ਕਿਹੜੀ ਰਿਐਕਸ਼ਨ ਹੋਈ? ਕਿਉਂਕਿ ਇਹ ਕੈਲਸ਼ੀਅਮ ਕਾਰਬੋਨੇਟ ਦਾ ਸੀਗਾ, ਇਹਦੇ ਉੱਤੇ ਐਸਿਡ ਪਾਇਆ ਤਾਂ ਇਹ ਟੁੱਟ ਕੇ ਕੈਲਸ਼ੀਅਮ ਅਤੇ ਕਾਰਬਨ ਡਾਈਆਕਸਾਈਡ ਦੇ ਵਿੱਚ ਟੁੱਟ ਗਿਆ ਤੇ ਇਸੇ ਤਰ੍ਹਾਂ ਸਾਡੀਆਂ ਬਿਲਡਿੰਗਸ ਦਾ ਨੁਕਸਾਨ ਹੋਣ ਲੱਗ ਪਿਆ।
ਜਦੋਂ ਕਿਸੇ ਤੇਜ਼ਾਬ ਅਤੇ ਖਾਰ ਨੂੰ ਆਪਸ ਦੇ ਵਿੱਚ ਮਿਲਾਇਆ ਜਾਂਦਾ ਹੈ ਤਾਂ ਉਪਜ ਦੇ ਰੂਪ ਦੇ ਵਿੱਚ ਊਰਜਾ ਮੁਕਤ ਹੁੰਦੀ ਹੈ ਅਤੇ ਉਸ ਦੇ ਨਾਲ ਲੂਣ ਅਤੇ ਪਾਣੀ ਵੀ ਬਣਦੇ ਹਨ। ਦੋਸਤੋ, ਕਿਸੇ ਤੇਜ਼ਾਬ ਅਤੇ ਖਾਰ ਦੇ ਵਿਚਕਾਰ ਹੋਣ ਵਾਲੀ ਇਸ ਪ੍ਰਤੀਕਿਰਿਆ ਨੂੰ ਉਦਾਸੀਨੀਕਰਨ ਦੀ ਕਿਰਿਆ ਕਹਿੰਦੇ ਹਨ। ਵਿਦਿਆਰਥੀਓ, ਉਦਾਸੀਨੀਕਰਨ ਲਈ ਜਾਂ ਨਿਊਟਰਲਾਈਜੇਸ਼ਨ ਲਈ ਮੈਂ ਇੱਕ ਰਸਾਇਣਿਕ ਕਿਰਿਆ ਕਰਾਂਗਾ ਜਾਂ ਐਕਟੀਵਿਟੀ ਕਰਾਂਗਾ ਜੋ ਪ੍ਰਯੋਗਸ਼ਾਲਾ ਦੇ ਵਿੱਚ ਤੁਹਾਨੂੰ ਆਪਣੇ ਅਧਿਆਪਕ ਕਰਵਾਉਣਗੇ। ਉਹ ਥੋੜੀ ਜਿਹੀ ਇਸ ਨਾਲੋਂ ਵੱਖ ਹੈ, ਥੋੜੀ ਨਹੀਂ ਕਹਾਂਗੇ, ਬਿਲਕੁਲ ਹੀ ਵੱਖ ਹੈ। ਉਸ ਦੇ ਵਿੱਚ ਅਸੀਂ ਰਸਾਇਣਿਕ ਪਦਾਰਥ ਯੂਜ਼ ਕਰਦੇ ਹਾਂ, ਪਰ ਇਸ ਕਿਰਿਆ ਨੂੰ ਮੈਂ ਆਪਣੇ ਘਰ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਦੇਖਦੇ ਹਾਂ ਕਿ ਨਤੀਜੇ ਕਿਹੋ ਜਿਹੇ ਆਉਂਦੇ ਹਨ। ਇਹਦੇ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੀ ਹੈ ਕਿ ਹਲਦੀ ਪੇਪਰ ਹੈ। ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ ਹਲਦੀ ਪੇਪਰ ਨੂੰ ਬਣਾਇਆ ਕਿਸ ਤਰ੍ਹਾਂ ਸੀਗਾ। ਹਲਦੀ ਪੇਪਰ, ਪਹਿਲੇ ਤਾਂ ਹਲਦੀ ਕੀ ਹੈਗੀ, ਇੱਕ ਸੂਚਕ ਹੈ, ਇਹ ਵੀ ਯਾਦ ਹੈ। ਦੂਸਰਾ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ ਹਲਦੀ ਪੇਪਰ ਨੂੰ ਬਣਾਇਆ ਕਿੱਦਾਂ। ਪੇਸਟ ਬਣਾਇਆ ਹਲਦੀ ਦਾ ਪਾਣੀ ਦੇ ਵਿੱਚ, ਫਿਰ ਫਿਲਟਰ ਪੇਪਰ ਦੇ ਉੱਤੇ ਉਸ ਨੂੰ ਲਗਾ ਦਿੱਤਾ ਤੇ ਇਹ ਇਸ ਤਰ੍ਹਾਂ ਇੱਕ ਹਲਦੀ ਪੇਪਰ ਤਿਆਰ ਹੋ ਗਿਆ। ਹੁਣ ਇਹ ਸਾਡਾ ਇੱਕ ਤਰ੍ਹਾਂ ਇੰਡੀਕੇਟਰ ਪੇਪਰ ਹੈ। ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਜਦੋਂ ਅਸੀਂ ਇਸ ਦੇ ਉੱਤੇ ਸਾਬਣ ਦੇ ਘੋਲ ਦੀਆਂ 2-3 ਬੂੰਦਾਂ ਪਾਈਆਂ ਸਨ ਤਾਂ ਕੀ ਹੋਇਆ ਸੀ, ਯਾਦ ਹੈ ਨਾ ਤੁਹਾਨੂੰ? ਸੋਚੋ ਜਰਾ। ਬਿਲਕੁਲ ਪਿਆਰੇ ਵਿਦਿਆਰਥੀਓ, ਤੁਸੀਂ ਬਿਲਕੁਲ ਠੀਕ ਸੋਚ ਰਹੇ ਹੋ। ਜਦੋਂ ਹਲਦੀ ਦੇ ਉੱਤੇ ਅਸੀਂ ਸਾਬਣ ਦੇ ਘੋਲ ਦੀਆਂ ਬੂੰਦਾਂ ਪਾਈਆਂ ਸੀ ਤਾਂ ਇਸ ਦਾ ਰੰਗ ਗੂੜਾ ਲਾਲ ਜਿਹਾ ਹੋ ਗਿਆ ਸੀ। ਤਾਂ ਫਿਰ ਅਸੀਂ ਇਸ ਨੂੰ ਕਿਸ ਨਾਲ ਜੋੜਿਆ ਸੀਗਾ? ਬਿਲਕੁਲ ਆਪਣੀ ਕਮੀਜ਼ ਦੇ ਉੱਤੇ ਜੋ ਸਬਜ਼ੀ ਦਾ ਦਾਗ ਪੈ ਜਾਂਦਾ ਹੈ ਉਸ ਦੇ ਨਾਲ ਜੋੜਿਆ ਸੀ ਕਿ ਸਾਬਣ ਨਾਲ ਧੋਣ ਤੋਂ ਬਾਅਦ ਉਹ ਗੂੜੇ ਲਾਲ ਰੰਗ ਦਾ ਹੋ ਜਾਂਦਾ ਹੈ। ਠੀਕ ਹੈ, ਕਿਉਂ ਹੋ ਜਾਂਦਾ ਹੈ? ਕਿਉਂਕਿ ਇਹ ਸਾਬਣ ਕੀ ਹੈ, ਇੱਕ ਖਾਰ ਹੈ। ਹੁਣ ਇਸ ਕਟੋਰੀ ਦੇ ਵਿੱਚ ਮੇਰੇ ਕੋਲ ਸਿਰਕਾ ਹੈ, ਜਿਸ ਨੂੰ ਅਸੀਂ ਤੇਜ਼ਾਬ ਵੀ ਕਹਿ ਸਕਦੇ ਹਾਂ ਜਾਂ ਐਸੀਟਿਕ ਐਸਿਡ ਵੀ ਕਹਿੰਦੇ ਹਾਂ, ਤੇ ਦੂਜੀ ਕਟੋਰੀ ਦੇ ਵਿੱਚ ਮੇਰੇ ਕੋਲ ਸਾਬਣ ਦਾ ਘੋਲ ਹੈ। ਮੈਂ ਕੀ ਕਰਾਂਗਾ, ਪਹਿਲੇ ਇਸ ਹਲਦੀ ਪੇਪਰ ਦੇ ਉੱਤੇ ਸਾਬਣ ਦਾ ਘੋਲ ਥੋੜਾ ਜਿਹਾ ਲਗਾਵਾਂਗਾ। ਅਸੀਂ ਦੇਖਦੇ ਹਾਂ ਕਿ ਕੀ ਹੁੰਦਾ ਹੈ। ਥੋੜਾ ਜਿਹਾ ਮੈਂ ਇਸ ਨੂੰ ਮਿਲਾ ਲਵਾਂ। ਮੈਂ ਇਸ ਦੀ ਇੱਕ ਬੂੰਦ ਹੀ ਇੱਥੇ ਲਗਾਣੀ ਹੈ। ਮੇਰੇ ਵਿਦਿਆਰਥੀ, ਤੁਸੀਂ ਦੇਖ ਰਹੇ ਹੋਗੇ ਕਿ ਜਿਵੇਂ ਹੀ ਹਲਦੀ ਦੇ ਉੱਤੇ ਅਸੀਂ ਖਾਰ ਦੀ ਥੋੜੀ ਜਿਹੀ ਬੂੰਦ ਲਗਾਈ, ਸਾਬਣ ਦੇ ਘੋਲ ਦੀ ਬੂੰਦ ਲਗਾਈ, ਇਹ ਗੂੜੇ ਲਾਲ ਰੰਗ ਦੇ ਵਿੱਚ ਬਦਲ ਗਿਆ। ਹੁਣ ਇਸ ਦੇ ਉੱਤੇ ਜਿਹੜਾ ਗੂੜਾ ਲਾਲ ਰੰਗ ਜਿਹਾ ਹੈ, ਇਸ ਦੇ ਉੱਤੇ ਅਸੀਂ ਐਸੀਟਿਕ ਐਸਿਡ ਜਾਂ ਸਿਰਕਾ, ਇਸ ਦੀਆਂ 2-4 ਬੂੰਦਾਂ ਰੱਖ ਕੇ ਦੇਖਾਂਗੇ ਕੀ ਹੁੰਦਾ ਹੈ। ਤੁਸੀਂ ਧਿਆਨ ਨਾਲ ਨੋਟ ਕਰਨਾ ਹੈ। ਦੇਖਿਆ ਤੁਸੀਂ? ਇਹ ਜਿਹੜਾ ਗੂੜਾ ਲਾਲ ਰੰਗ ਸੀਗਾ, ਖਾਰ ਕਰਕੇ ਹੋਇਆ ਸੀਗਾ, ਇਹ ਰੰਗ ਬਿਲਕੁਲ ਸਾਫ਼ ਹੋ ਗਿਆ ਤੇ ਜੋ ਪੇਪਰ ਦਾ ਰੰਗ ਪਹਿਲੇ ਸੀਗਾ, ਹਲਦੀ ਵਾਲੇ ਪੇਪਰ ਦਾ ਪੀਲੇ ਰੰਗ ਦਾ, ਉਹ ਮੁੜ ਕੇ ਆ ਗਿਆ ਸਾਡੇ ਕੋਲ। ਇਸ ਦਾ ਮਤਲਬ ਇਹ ਹੋਇਆ ਕਿ ਖਾਰ ਅਤੇ ਤੇਜ਼ਾਬ ਜਦੋਂ ਮਿਲਦੇ ਹਨ ਤਾਂ ਇੱਕ ਦੂਸਰੇ ਨੂੰ ਉਦਾਸੀਨ ਕਰ ਦਿੰਦੇ ਹਨ। ਬੜੇ ਧਿਆਨ ਨਾਲ ਤੁਸੀਂ ਦੇਖੋ, ਬਿਲਕੁਲ ਰੰਗ ਪਹਿਲੇ ਵਰਗਾ ਹੋ ਗਿਆ ਹੈ। ਇਹ ਸਾਡੀ ਉਦਾਸੀਨੀਕਰਨ ਦੀ ਇੱਕ ਕਿਰਿਆ ਹੈ ਜਿਸ ਨੂੰ ਤੁਸੀਂ ਘਰ ਦੇ ਵਿੱਚ ਵੀ ਬੜੇ ਆਰਾਮ ਨਾਲ ਕਰ ਸਕਦੇ ਹੋ। ਦੇਖ ਰਹੇ ਹੋ ਤੁਸੀਂ, ਜੇ ਮੈਂ ਹੋਰ ਵੀ ਥੋੜਾ ਜਿਹਾ ਪਾਵਾਂ, ਇਹ ਦੇਖੋ, ਇਹ ਅੱਛਾ, ਮੇਰੇ ਦਿਮਾਗ ਦੇ ਵਿੱਚ ਇੱਕ ਖਿਆਲ ਆ ਰਿਹਾ ਹੈ ਕਿ ਕਿਉਂ ਨਾ ਅਸੀਂ ਇਦਾਂ ਕਰੀਏ ਕਿ ਮੁੜ ਕੇ ਇਹਦੇ ਉੱਤੇ ਸਾਬਣ ਦਾ ਘੋਲ ਪਾ ਕੇ ਦੇਖੀਏ ਤੇ ਕੀ ਹੁੰਦਾ ਹੈ। ਇਹ ਦੇਖੋ, ਹਲਦੀ ਦੇ ਪੇਪਰ ਦਾ ਰੰਗ ਫਿਰ ਮੁੜ ਕੇ ਗੂੜਾ ਲਾਲ ਹੋ ਗਿਆ। ਹੁਣ ਅਸੀਂ ਫਿਰ ਇਹਦੇ ਉੱਤੇ ਐਸੀਟਿਕ ਐਸਿਡ ਜਾਂ ਸਿਰਕਾ ਪਾਉਂਦੇ ਹਾਂ ਤੇ ਦੇਖਦੇ ਹਾਂ ਕੀ ਹੁੰਦਾ ਹੈ।
ਕਿ ਮੁੜ ਕੇ ਇਹ ਪੀਲੇ ਰੰਗ ਦਾ ਹੁੰਦਾ ਹੈ ਕਾਗਜ਼ ਕਿ ਨਹੀਂ ਹੁੰਦਾ। ਇਹ ਦੇਖੋ ਤੁਸੀਂ, ਇਹ ਰੰਗ ਬਦਲ ਰਿਹਾ ਹੈ। ਇਸ ਨੂੰ ਅਸੀਂ ਉਦਾਸੀਨੀਕਰਨ ਦੀ ਕਿਰਿਆ ਕਹਿੰਦੇ ਹਾਂ, ਜਾਂ ਅੰਗਰੇਜ਼ੀ ਦੇ ਵਿੱਚ ਅਸੀਂ ਇਸ ਨੂੰ ਨਿਊਟਰਲਾਈਜੇਸ਼ਨ ਰਿਐਕਸ਼ਨ ਕਹਿੰਦੇ ਹਾਂ। ਤੁਸੀਂ ਪਿਆਰੇ ਵਿਦਿਆਰਥੀਓ ਘਰ ਦੇ ਵਿੱਚ ਇਸ ਨੂੰ ਬੜੀ ਆਸਾਨੀ ਨਾਲ ਕਰ ਸਕਦੇ ਹੋ। ਪ੍ਰਯੋਗਸ਼ਾਲਾ ਦੇ ਵਿੱਚ ਤਾਂ ਤੁਸੀਂ ਕਰੋਗੇ ਹੀ, ਪਰ ਘਰ ਦੇ ਵਿੱਚ ਵੀ ਬੜੀ ਆਸਾਨੀ ਨਾਲ ਹੋ ਸਕਦਾ ਹੈ। ਤੇ ਤੁਹਾਨੂੰ ਦੇਖੋ ਕਿੰਨੀ ਮਜ਼ੇਦਾਰ ਕਿਰਿਆ ਹੈ। ਇੱਕ ਤੁਸੀਂ ਰੰਗਾਂ ਨੂੰ ਬਿਲਕੁਲ ਮਿਲਾ ਕੇ ਦੇਖ ਲਓ, ਪਹਿਲੇ ਵਰਗੇ ਰੰਗ ਹੋ ਗਏ ਹਨ। ਵਿਦਿਆਰਥੀਓ ਮੈਂ ਇਹ ਸੋਚਿਆ ਕਿ ਹੋ ਸਕਦਾ ਹੈ ਤੁਹਾਡੇ ਕੋਲ ਘਰ ਦੇ ਵਿੱਚ ਹਲਦੀ ਵਾਲਾ ਪੇਪਰ ਤਿਆਰ ਨਾ ਹੋ ਸਕੇ, ਕਿਉਂਕਿ ਹੋ ਸਕਦਾ ਹੈ ਫਿਲਟਰ ਪੇਪਰ ਨਾ ਹੋਵੇ ਜਾਂ ਬਿਲਕੁਲ ਹੀ ਸਫੇਦ ਕਾਗਜ਼ ਤੁਹਾਡੇ ਕੋਲ ਉਪਲਬਧ ਨਾ ਹੋਵੇ। ਤਾਂ ਚਲੋ ਅਸੀਂ ਇਸ ਨੂੰ ਕਰਕੇ ਦੇਖਦੇ ਹਾਂ। ਇੱਕ ਗਲਾਸ ਦੇ ਨਾਲ ਸਿੱਧਾ ਹੀ, ਇੱਕ ਗਲਾਸ ਦੇ ਵਿੱਚ ਵੀ ਹਲਦੀ ਵਾਲਾ ਪਾਣੀ ਹੈ। ਧਿਆਨ ਨਾਲ ਦੇਖ ਰਹੇ ਹੋਗੇ ਤੁਸੀਂ, ਠੀਕ ਹੈ ਜੀ। ਇਸ ਦੇ ਰੰਗ ਨੂੰ ਤੁਸੀਂ ਨੋਟ ਕਰ ਲੈਣਾ ਹੈ। ਇਸ ਕਟੋਰੀ ਦੇ ਵਿੱਚ ਮੇਰੇ ਕੋਲ ਕੀ ਸੀਗਾ, ਬਿਲਕੁਲ ਯਾਦ ਕਰ ਰਹੇ ਹੋ, ਠੀਕ ਯਾਦ ਕਰੋ, ਬਿਲਕੁਲ ਕੀ ਸੀਗਾ, ਸਾਬਣ ਦਾ ਘੋਲ। ਬਿਲਕੁਲ ਮੈਂ ਇਸ ਨੂੰ ਇਸ ਦੇ ਵਿੱਚ ਪਾ ਕੇ ਹਿਲਾਉਂਦਾ ਹਾਂ। ਇਹ ਦੇਖੋ, ਜਿਵੇਂ ਹੀ ਹਲਦੀ ਦੇ ਘੋਲ ਦੇ ਵਿੱਚ ਸਾਬਣ ਵਾਲਾ ਘੋਲ ਪਾਇਆ, ਰੰਗ ਬਦਲ ਗਿਆ। ਹੁਣ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋ ਚੁੱਕਾ ਹੈ ਹੁਣ ਤੱਕ ਕਿ ਇਹ ਕਿਉਂ ਬਦਲਿਆ। ਹੁਣ ਅਸੀਂ ਕਰਨੀ ਹੈ ਉਦਾਸੀਨੀਕਰਨ ਦੀ ਕਿਰਿਆ। ਤਾਂ ਚਲੋ ਇਸ ਦੇ ਵਿੱਚ ਸਿਰਕਾ ਪਾ ਕੇ ਦੇਖਦੇ ਹਾਂ। ਤੇ ਸਿਰਕਾ ਕੀ ਹੈ, ਤੇਜ਼ਾਬ। ਪਹਿਲੇ ਕੀ ਪਾਇਆ ਅਸੀਂ, ਖਾਰ। ਥੋੜੀਆਂ ਜਿਹੀਆਂ ਬੂੰਦਾਂ ਹੋਰ ਪਾ ਲੈਣੇ ਹਨ, ਕਿਉਂਕਿ ਸਿਰਕਾ ਬਹੁਤ ਹੀ ਹਲਕਾ ਤੇਜ਼ਾਬ ਹੁੰਦਾ ਹੈ। ਤੁਸੀਂ ਦੇਖ ਰਹੇ ਹੋਗੇ ਕਿ ਇਹ ਰੰਗ ਬਦਲ ਰਿਹਾ ਹੈ। ਦੇਖੋ ਧਿਆਨ ਨਾਲ, ਇਸਨੇ ਆਪਣਾ ਰੰਗ ਬਦਲ ਲਿਆ ਤੇ ਮੁੜ ਕੇ ਇਹ ਪੀਲੇ ਰੰਗ ਦੇ ਵਿੱਚ ਆ ਗਿਆ, ਜੋ ਹਲਦੀ ਦਾ ਰੰਗ ਸੀਗਾ ਪਹਿਲੇ। ਇਸ ਦਾ ਮਤਲਬ ਇਹ ਹੋਇਆ ਕਿ ਖਾਰ ਪਾਉਣ ਨਾਲ ਗੂੜਾ ਲਾਲ ਰੰਗ ਹੋ ਗਿਆ। ਫਿਰ ਅਸੀਂ ਉਸ ਦੇ ਵਿੱਚ ਤੇਜ਼ਾਬ ਪਾ ਦਿੱਤਾ ਤੇ ਤੇਜ਼ਾਬ ਪਾਉਣ ਦੇ ਨਾਲ ਜੋ ਹਲਦੀ ਦਾ ਪੁਰਾਣਾ ਰੰਗ ਸੀਗਾ ਸਾਡਾ ਪਾਣੀ ਦਾ, ਉਹੀ ਰੰਗ ਸਾਨੂੰ ਦੁਬਾਰਾ ਪ੍ਰਾਪਤ ਹੋ ਗਿਆ। ਇਸ ਕਿਰਿਆ ਨੂੰ ਫਿਰ ਅਸੀਂ ਕਿਸ ਤਰ੍ਹਾਂ ਕਹਿ ਦਿੰਦੇ ਹਾਂ, ਉਦਾਸੀਨੀਕਰਨ ਕਿਰਿਆ। ਇਹ ਪਹਿਲੀ ਕਿਰਿਆ ਨਾਲੋਂ ਵੀ ਬਿਲਕੁਲ ਆਸਾਨ ਕਿਰਿਆ ਹੈ ਸਮਝਣ ਦੇ ਲਈ। ਇਸ ਨੂੰ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਕਰ ਸਕਦੇ ਹੋ, ਆਪਣੇ ਮਾਤਾ ਪਿਤਾ ਨੂੰ ਵੀ ਦਿਖਾ ਸਕਦੇ ਹੋ ਕਿ ਦੇਖੋ ਘਰ ਦੇ ਵਿੱਚ ਉਪਲਬਧ ਸਮਾਨਾਂ ਦੇ ਨਾਲ ਵੀ ਵਿਗਿਆਨ ਦੀ ਕਿਰਿਆ ਬਹੁਤ ਹੀ ਆਸਾਨੀ ਨਾਲ ਹੋ ਸਕਦੀ ਹੈ। ਰੋਜ਼ਾਨਾ ਜੀਵਨ ਦੇ ਵਿੱਚ ਉਦਾਸੀਨੀਕਰਨ ਕਿਰਿਆ। ਵਿਦਿਆਰਥੀਓ ਤੁਹਾਨੂੰ ਕਈ ਵਾਰ ਕੀੜੀ ਲੜੀ ਹੋਏਗੀ, ਮੈਨੂੰ ਵੀ ਬੜੀ ਵਾਰ ਲੜੀ ਹੈ। ਤੇ ਉਸ ਦੇ ਲੜਨ ਦੇ ਨਾਲ ਬਹੁਤ ਜ਼ਿਆਦਾ ਦਰਦ ਹੁੰਦਾ ਹੈ, ਕਿਉਂਕਿ ਉਸ ਦਾ ਜਿਹੜਾ ਡੰਗ ਹੈ ਉਸ ਦੇ ਵਿੱਚ ਫਾਰਮਿਕ ਐਸਿਡ ਹੁੰਦਾ ਹੈ। ਹੁਣ ਕੀੜੀ ਦੇ ਡੰਗ ਦੇ ਪ੍ਰਭਾਵ ਨੂੰ ਅਸੀਂ ਖਤਮ ਕਰਨਾ ਹੋਵੇ ਤਾਂ ਕੀ ਕਰਨਾ ਹੈ, ਮਿੱਠਾ ਸੋਡਾ ਉਸ ਜਗ੍ਹਾ ਦੇ ਉੱਤੇ ਲਗਾਇਆ ਜਾ ਸਕਦਾ ਹੈ। ਪਰ ਧਿਆਨ ਰੱਖਣਾ ਹੈ ਕਿ ਇਹ ਮਿੱਠਾ ਸੋਡਾ ਨਮੀ ਯੁਕਤ ਹੁੰਦਾ ਹੈ, ਜਿਹੜਾ ਕਿ ਕੀੜੀ ਦੇ ਤੇਜ਼ਾਬ ਦੇ ਪ੍ਰਭਾਵ ਨੂੰ ਉਦਾਸੀਨ ਕਰ ਦਿੰਦਾ ਹੈ ਤੇ ਸਾਨੂੰ ਆਰਾਮ ਮਿਲਦਾ ਹੈ। ਅਸੀਂ ਪਾਠ 2 ਦੇ ਵਿੱਚ ਪੜ੍ਹਿਆ ਸੀ ਕਿ ਮਿਹਦਾ ਸਾਡੀ ਪਾਚਨ ਪ੍ਰਣਾਲੀ ਦਾ ਇੱਕ ਪ੍ਰਮੁੱਖ ਅੰਗ ਹੈ। ਅਸੀਂ ਮਿਹਦੇ ਦੇ ਵਿੱਚ ਤੇਜ਼ਾਬ ਬਣਦਾ ਰਹਿੰਦਾ ਹੈ, ਜਿਸ ਨੂੰ ਅਸੀਂ ਹਾਈਡਰੋਕਲੋਰਿਕ ਐਸਿਡ ਕਹਿੰਦੇ ਹਨ। ਇਹੀ ਤੇਜ਼ਾਬ ਸਾਡੇ ਭੋਜਨ ਦੇ ਪਚਣ ਦੇ ਵਿੱਚ ਮਦਦ ਕਰਦਾ ਹੈ। ਪਰ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਕਈ ਤਲਿਆ ਹੋਇਆ ਭੋਜਨ ਖਾ ਲੈਂਦੇ ਹਾਂ, ਜਾਂ ਭੋਜਨ ਖਾਣ ਦਾ ਕੋਈ ਟਾਈਮ ਹੀ ਨਹੀਂ ਰੱਖਦੇ, ਤਾਂ ਜਿਸ ਨਾਲ ਕੀ ਹੁੰਦਾ ਹੈ ਕਿ ਇਹ ਤੇਜ਼ਾਬ ਮਿਹਦੇ ਦੇ ਵਿੱਚ ਜ਼ਰੂਰਤ ਦੀ ਮਾਤਰਾ ਨਾਲੋਂ ਵੀ ਵੱਧ ਬਣਨਾ ਸ਼ੁਰੂ ਹੋ ਜਾਂਦਾ ਹੈ।
ਜਦੋਂ ਇਹ ਤੇਜ਼ਾਬ ਜ਼ਰੂਰਤ ਦੀ ਮਾਤਰਾ ਨਾਲੋਂ ਵੱਧ ਬਣਦਾ ਹੈ ਤਾਂ ਸਾਡੇ ਪੇਟ ਦੀਆਂ ਅੰਦਰਲੀਆਂ ਦੀਵਾਰਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ, ਜਿਸ ਨਾਲ ਸਾਨੂੰ ਕੀ ਹੁੰਦਾ ਹੈ, ਅਪਾਚਨ ਹੋ ਜਾਂਦਾ ਹੈ ਜਾਂ ਕੀ ਹੋ ਜਾਂਦੀ ਹੈ, ਜਲਨ ਹੋਣ ਲੱਗਦੀ ਹੈ ਪੇਟ ਦੇ ਵਿੱਚ, ਜੋ ਕਿ ਸਹਿਣ ਤੋਂ ਵੀ ਬਾਹਰ ਚਲੀ ਜਾਂਦੀ ਹੈ ਕਈ ਵਾਰ। ਤਾਂ ਹੁਣ ਅਸੀਂ ਅਪਾਚਨ ਤੋਂ ਮੁਕਤੀ ਪਾਣੀ ਹੈ। ਅਪਾਚਨ ਹੋਇਆ ਕਿਉਂ? ਤੇਜ਼ਾਬ ਦੇ ਜ਼ਰੂਰਤ ਨਾਲੋਂ ਵੱਧ ਬਣਨ ਨਾਲ। ਤਾਂ ਅਸੀਂ ਇਸ ਨੂੰ ਉਦਾਸੀਨ ਕਰਨਾ ਹੈ। ਤਾਂ ਉਦਾਸੀਨ ਕਿਵੇਂ ਕਰਾਂਗੇ? ਬਿਲਕੁਲ ਆਸਾਨ ਤਰੀਕਾ ਹੈ, ਤੁਸੀਂ ਵੀ ਠੀਕ ਸੋਚ ਰਹੇ ਹੋ। ਅਸੀਂ ਕੀ ਕਰਾਂਗੇ? ਖਾਰ ਖਾ ਲਾਂਗੇ ਜਾਂ ਪੀ ਲਾਂਗੇ। ਇਸ ਦੇ ਲਈ ਅਸੀਂ ਕੀ ਕਰਦੇ ਹਾਂ? ਦੁਧੀਆ ਮੈਗਨੀਸ਼ੀਆ ਵਰਗਾ ਐਂਟਾਸਿਡ ਵਰਤਦੇ ਹਾਂ। ਇਸ ਦੇ ਵਿੱਚ ਕੀ ਹੁੰਦਾ ਹੈ? ਮੈਗਨੀਸ਼ੀਅਮ ਹਾਈਡਰੋਆਕਸਾਈਡ। ਦੁਧੀਆ ਮੈਗਨੀਸ਼ੀਆ ਨੂੰ ਅਸੀਂ ਮਿਲਕ ਆਫ ਮੈਗਨੀਸ਼ੀਆ ਵੀ ਕਹਿੰਦੇ ਹਾਂ। ਵਿਦਿਆਰਥੀਓ, ਕਈ ਵਾਰ ਤੁਸੀਂ ਟੀਵੀ ਦੇ ਵਿੱਚ ਐਡ ਵੀ ਸੁਣੀ ਹੋਏਗੀ ਈਨੋ ਵਗੈਰਾ ਦੀ। ਇਹ ਸਾਰੇ ਹੀ ਖਾਰ ਹਨ। ਇਹ ਕੀ ਕਰਦੇ ਹਨ? ਪੇਟ ਵਿੱਚ ਜਾ ਕੇ ਜਾਂ ਮਿਹਦੇ ਵਿੱਚ ਜਾ ਕੇ ਵਾਧੂ ਤੇਜ਼ਾਬ ਦੇ ਪ੍ਰਭਾਵ ਨੂੰ ਉਦਾਸੀਨ ਕਰ ਦਿੰਦੇ ਹਨ, ਜਿਸ ਨਾਲ ਸਾਨੂੰ ਕੀ ਹੁੰਦਾ ਹੈ ਕਿ ਇਸ ਅਪਾਚਨ ਜਾਂ ਪੇਟ ਜਲਨ ਤੋਂ ਮੁਕਤੀ ਮਿਲ ਜਾਂਦੀ ਹੈ ਅਤੇ ਅਸੀਂ ਆਰਾਮ ਮਹਿਸੂਸ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਅਸੀਂ ਭੂਮੀ ਦੇ ਵਿੱਚ ਉਸ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਦੇ ਲਈ ਰਸਾਇਣਿਕ ਖਾਦਾਂ ਦੀ ਵਰਤੋਂ ਕਰਦੇ ਹਾਂ, ਪਰ ਕਈ ਵਾਰ ਇਹ ਵਰਤੋਂ ਲੋੜ ਨਾਲੋਂ ਬਹੁਤ ਜ਼ਿਆਦਾ ਕਰ ਲਈ ਜਾਂਦੀ ਹੈ ਤੇ ਕੀ ਹੁੰਦਾ ਹੈ ਕਿ ਭੂਮੀ ਸਾਡੀ ਜਿਹੜੀ ਹੈ ਜਾਂ ਧਰਤੀ ਹੈ ਉਹ ਤੇਜ਼ਾਬੀ ਹੋ ਜਾਂਦੀ ਹੈ, ਜਿਸ ਨਾਲ ਪੈਦਾਵਾਰ ਘਟ ਜਾਂਦੀ ਹੈ। ਹੁਣ ਇਸ ਤੇਜ਼ਾਬੀ ਧਰਤੀ ਨੂੰ ਜਾਂ ਉਸਦੇ ਧਰਤੀ ਦੇ ਤੇਜ਼ਾਬੀਪਣ ਨੂੰ ਜਾਂ ਭੂਮੀ ਦੇ ਤੇਜ਼ਾਬੀਪਣ ਨੂੰ ਘਟਾਉਣ ਦੇ ਲਈ ਖਾਰ ਦੀ ਵਰਤੀ ਕੀਤੀ ਜਾਂਦੀ ਹੈ, ਜਿਹੜਾ ਕਿ ਹੁੰਦਾ ਹੈ ਕੈਲਸ਼ੀਅਮ ਆਕਸਾਈਡ। ਉਸੇ ਤਰ੍ਹਾਂ ਕਈ ਵਾਰ ਧਰਤੀ ਦੇ ਵਿੱਚ ਜਾਂ ਮਿੱਟੀ ਦੇ ਵਿੱਚ ਖਾਰਾਪਣ ਵੱਧ ਜਾਂਦਾ ਹੈ ਤਾਂ ਉਸ ਦੇ ਵਿੱਚ ਉਸਦੇ ਖਾਰੇਪਣ ਨੂੰ ਘਟਾਉਣ ਦੇ ਲਈ ਜੈਵਿਕ ਪਦਾਰਥ ਮਿਲਾਏ ਜਾਂਦੇ ਹਨ, ਤਾਂ ਕਿ ਸਾਡੀ ਭੂਮੀ ਉਪਜਾਊ ਲਈ ਜਾਂ ਫਸਲਾਂ ਲਈ ਠੀਕ ਬਣੀ ਰਹੇ। ਵਿਦਿਆਰਥੀਓ, ਕਾਰਖਾਨਿਆਂ ਦੇ ਜਿਹੜੇ ਫੋਕਟ ਪਦਾਰਥ ਹੁੰਦੇ ਆ, ਫੋਕਟ ਪਦਾਰਥ ਤੁਸੀਂ ਸਮਝ ਰਹੇ ਹੋ ਨਾ, ਮਤਲਬ ਕਿ ਜੋ ਵੀ ਉਹਦੇ ਵਿੱਚ ਪਦਾਰਥ ਬਣ ਜਾਂਦੇ ਹਨ, ਉਸ ਤੋਂ ਬਾਅਦ ਜੋ ਵੇਸਟ ਪਦਾਰਥ ਬਚਦਾ ਹੈ, ਜਿਸ ਨੂੰ ਅਸੀਂ ਕਚਰਾ ਕਹਿੰਦੇ ਹਾਂ, ਉਸ ਨੂੰ ਸਿੱਧਾ ਹੀ ਕਈ ਵਾਰੀ ਜਲ ਦੇ ਸੰਸਾਧਨਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ, ਪਾਣੀ ਦੇ ਵਿੱਚ ਮਿਲਾ ਦਿੱਤਾ ਜਾਂਦਾ ਹੈ। ਪਰ ਅਗਰ ਦੇਖਿਆ ਜਾਵੇ ਤਾਂ ਉਹਨਾਂ ਦੇ ਵਿੱਚ ਤੇਜ਼ਾਬੀ ਪਦਾਰਥ ਮਿਲੇ ਹੁੰਦੇ ਹਨ। ਅਗਰ ਇਹਨਾਂ ਨੂੰ ਸਿੱਧਾ ਹੀ ਪਾਣੀ ਦੇ ਵਿੱਚ ਮਿਲਾ ਦਈਏ ਤਾਂ ਫਿਰ ਕੀ ਹੋਏਗਾ? ਸਾਡਾ ਕੁਦਰਤੀ ਪਾਣੀ ਵੀ ਜਿਹੜਾ ਹੈ ਉਹ ਗੰਦਾ ਹੋ ਜਾਏਗਾ। ਤਾਂ ਜਿਹੜਾ ਇਹ ਤੇਜ਼ਾਬੀਪਣ ਹੈ ਫੋਕਟ ਪਦਾਰਥਾਂ ਦਾ ਕਾਰਖਾਨਿਆਂ ਦੇ, ਉਹਨਾਂ ਨੂੰ ਉਦਾਸੀਨ ਕਰਨ ਲਈ ਜਿਹੜੇ ਫੋਕਟ ਪਦਾਰਥਾਂ ਦੇ ਵਿੱਚ ਕੀ ਕੀਤਾ ਜਾਂਦਾ ਹੈ? ਖਾਰ ਮਿਲਾਏ ਜਾਂਦੇ ਹਨ, ਤਾਂ ਕਿ ਉਹ ਜਿਹੜਾ ਨਦੀਆਂ ਦੇ ਪਾਣੀ ਨੂੰ ਜਾ ਕੇ ਨੁਕਸਾਨ ਨਾ ਕਰ ਸਕਣ। ਪਿਆਰੇ ਬੱਚਿਓ, ਤਾਂ ਇਹ ਸੀ ਅੱਜ ਦਾ ਲੈਕਚਰ, ਜਿਸ ਦੇ ਵਿੱਚ ਅਸੀਂ ਇੱਕ ਨਵੇਂ ਸੂਚਕ ਬਾਰੇ ਸਿੱਖਿਆ, ਜਿਹੜਾ ਸੀਗਾ ਕਿ ਚਾਈਨਾ ਰੋਜ਼ ਦੇ ਫੁੱਲ ਤੋਂ ਬਣਿਆ ਹੋਇਆ। ਫਿਰ ਅਸੀਂ ਉਦਾਸੀਨੀਕਰਨ ਕਿਰਿਆ ਦੇ ਬਾਰੇ ਸਿੱਖਿਆ, ਜਿਸ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਹਾਂ? ਨਿਊਟਰਲਾਈਜੇਸ਼ਨ ਰਿਐਕਸ਼ਨ। ਕਿ ਇਹ ਕੀ ਹੁੰਦੀ ਹੈ। ਫਿਰ ਅਸੀਂ ਇਸ ਦੇ ਆਪਣੇ ਦੈਨਿਕ ਜੀਵਨ ਜਾਂ ਰੋਜ਼ਾਨਾ ਜੀਵਨ ਦੇ ਵਿੱਚ ਪ੍ਰਭਾਵਾਂ ਬਾਰੇ ਵੀ ਸਿੱਖਿਆ ਕਿ ਕਿਵੇਂ ਇਹਦਾ ਫਾਇਦਾ ਹੈ ਤੇ ਕਿਵੇਂ ਇਹਨਾਂ ਦਾ ਨੁਕਸਾਨ ਹੈ। ਫਿਰ ਅਸੀਂ ਇਸ ਲਈ ਇੱਕ ਦੋ ਕਿਰਿਆਵਾਂ ਕਰਕੇ ਵੀ ਦੇਖੀਆਂ, ਜਿਹੜੀਆਂ ਕਿ ਤੁਸੀਂ ਆਪਣੇ ਘਰ ਦੇ ਵਿੱਚ ਵੀ ਕਰਕੇ ਦੇਖ ਸਕਦੇ ਹੋ। ਸੋ ਅੰਤ ਦੇ ਵਿੱਚ ਹੁਣ ਮੈਂ ਤੁਹਾਨੂੰ 2-3 ਪ੍ਰਸ਼ਨ ਪੁੱਛਾਂਗਾ, ਜਿਹੜੇ ਕਿ ਇਸ ਟੌਪਿਕ ਦੇ ਨਾਲ ਜੁੜੇ ਹੋਏ ਹਨ। ਮੇਰਾ ਪਹਿਲਾ ਪ੍ਰਸ਼ਨ ਹੈ ਕਿ ਉਦਾਸੀਨੀਕਰਨ ਕਿਰਿਆ ਕੀ ਹੁੰਦੀ ਹੈ? ਉਦਾਸੀਨੀਕਰਨ ਕਿਰਿਆ ਕੀ ਹੁੰਦੀ ਹੈ? ਮੇਰਾ ਦੂਸਰਾ ਪ੍ਰਸ਼ਨ ਹੈ ਕਿ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਉਦਾਸੀਨੀਕਰਨ ਕਿਰਿਆ ਦੇ ਕੀ ਪ੍ਰਭਾਵ ਹਨ? ਇਹਨਾਂ ਦੀ ਸੂਚੀ ਬਣਾਓ ਅਤੇ ਵਿਸਥਾਰ ਸਹਿਤ ਲਿਖੋ। ਔਰ ਜਿਹੜੀ ਇੱਕ ਕਿਰਿਆ ਅਸੀਂ ਹਲਦੀ ਦੇ ਪੇਪਰ ਦੇ ਨਾਲ ਅੱਜ ਕੀਤੀ ਹੈ, ਇਸ ਕਿਰਿਆ ਨੂੰ ਵੀ ਤੁਸੀਂ ਆਪਣੇ ਘਰ ਦੇ ਵਿੱਚ ਦੁਬਾਰਾ ਕਰਕੇ ਦੇਖਣਾ ਹੈ, ਤਾਂ ਕਿ ਤੁਹਾਨੂੰ ਉਦਾਸੀਨੀਕਰਨ ਕਿਰਿਆ ਦੀ ਦੁਹਰਾਈ ਹੋ ਸਕੇ। ਇਹ ਵੀ ਤੁਹਾਡੇ ਲਈ ਇੱਕ ਪ੍ਰਸ਼ਨ ਵੀ ਹੈ ਅਤੇ ਹੋਮਵਰਕ ਵੀ ਹੈ। ਸੋ ਪਿਆਰੇ ਵਿਦਿਆਰਥੀਓ, ਮੈਨੂੰ ਆਸ ਹੈ ਕਿ ਤੁਸੀਂ ਇਹ ਸਾਰੇ ਲੈਕਚਰ ਨੂੰ ਚੰਗੀ ਤਰ੍ਹਾਂ ਸੁਣਿਆ ਹੋਵੇਗਾ, ਸਮਝਿਆ ਹੋਵੇਗਾ। ਧੰਨਵਾਦ।